ਸਾਡੇ ਅਲਮੀਆ ਹੈ ਕਿ ਪਾਕਿਸਤਾਨ ਦੇ ਬਲਕਿ ਪੰਜਾਬ ਦੇ ਜਿਹੜੇ ਮਿਡਲ ਕਲਾਸ ਪੜ੍ਹੇ ਲਿਖੇ ਲੋਕ ਨੇ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਉਂਦੇ। ਉਹ ਸਮਝਦੇ ਕਿ ਪੰਜਾਬੀ ਜਿਹੜੀ ਹੈ ਉਹ ਸ਼ਰਮ ਦੀ ਗੱਲ ਹੈ, ਪੰਜਾਬੀ ਦੇ ਨਾਲ ਕੋਈ ਤਰੱਕੀ ਨਹੀਂ ਹੋਵੇਗੀ, ਪੰਜਾਬੀ ਦੇ ਨਾਲ ਕੋਈ ਅੱਗੇ ਨਹੀਂ ਮਿਲੇਗਾ। ਲੇਕਿਨ ਹਕੀਕਤ ਹੈ ਕਿ ਤੁਸੀਂ ਆਪਣੀ ਜੜ੍ਹਾਂ, ਆਪਣੀ ਸ਼ਨਾਖਤ, ਆਪਣੀ ਸਾਰੀ ਤਹਿਜ਼ੀਬ, ਹਜ਼ਾਰਾਂ ਸਾਲ ਦੀ ਤਹਿਜ਼ੀਬ, ਅਸੀਂ ਹੜੱਪਾ ਤਹਿਜ਼ੀਬ ਦੇ ਅਮੀਨ ਹੈਗੇ ਹਾਂ, ਵਾਰਿਸ ਹੈਗੇ ਹਾਂ। ਇਹ ਪੰਜਾਬੀ ਜ਼ਬਾਨ ਜਿਹੜੀ ਹੈ ਇਹ ਬਾਬਾ ਫਰੀਦ ਨੇ ਤੈਨੂੰ ਮਾਡਰਨਾਈਜ਼ ਕੀਤਾ ਸੀ, ਜਿਹਨੂੰ ਸ਼ੇਕਸਪੀਅਰ ਆਫ ਪੰਜਾਬੀ ਕਿਹਾ ਜਾਂਦਾ ਹੈ। ਲੇਕਿਨ ਮੇਰੇ ਮਰਹੂਮ ਫੁੱਫਾ ਸਨ ਜ਼ਹੀਰ ਅਹਿਮਦ ਭੁੱਟਾ ਸਾਹਿਬ, ਉਹ ਤੁਸੀਂ ਸ਼ਾਇਦ ਪੜ੍ਹਿਆ ਹੋਵੇਗਾ, ਨੋਵਲ ਸ਼ੋਵਲ ਵੀ ਲਿਖੇ ਸਨ। ਨੇਸ਼ਨ ਅਖਬਾਰ 'ਚੋਂ ਇੱਕ ਕਾਲਮ ਲਿਖਦੇ ਸਨ ਜ਼ਬਾਨਾਂ ਦੇ ਉੱਤੇ, ਹਰ ਜ਼ਬਾਨ ਦਾ ਤੇ ਹਰ ਲਫ਼ਜ਼ ਦੇ ਜਿਹੜੇ ਮੁਖਤਲਿਫ ਮਾਨੇ ਹੁੰਦੇ। ਖਾਲਿਦ ਅਹਿਮਦ ਸਾਹਿਬ ਵੀ ਇਹ ਕਰਦੇ ਨੇ ਤੇ ਉਹਨਾਂ ਨੇ ਪੂਰੀ ਤਹਿਕੀਕ ਕੀਤੀ ਸੀ। ਤੇ ਮੈਨੂੰ ਯਾਦ ਹੈ ਕਿ ਮੈਂ ਉਸ ਸਕੂਲ ਕਾਲਜ ਸਾਂ ਤੇ ਉਹ ਦੱਸਦੇ ਸਨ ਕਿ ਕਿਸ ਤਰ੍ਹਾਂ ਇਹ ਹੜੱਪਨ ਜ਼ਬਾਨ ਤੋਂ ਨਿਕਲੀ ਹੈ। ਤੇ ਅੰਦਾਜ਼ਾ ਕਰੋ ਕਿ ਐਡੀ ਪੁਰਾਣੀ ਜ਼ੁਬਾਨ ਤੇ ਉਹਦੀ ਤਹਿਜ਼ੀਬ, ਉਹਦਾ ਰਹਿਣ ਸਹਿਣ, ਜ਼ਬਾਨ ਸਿਰਫ ਜ਼ਬਾਨ ਨਹੀਂ ਹੁੰਦੀ, ਪੂਰੀ ਸਿਵਲਾਈਜੇਸ਼ਨ ਦੀ ਆਕਾਸ ਹੁੰਦੀ ਹੈ। ਤੇ ਉਹਨੂੰ ਅਸੀਂ ਬਿਲਕੁਲ ਫਰਾਮੋਸ਼ ਕਰ ਦਿੱਤਾ ਹੈ। ਤੇ ਬੜੀ ਅਫਸੋਸ ਦੀ ਗੱਲ ਹੈ ਕਿ ਮੈਂ ਆਪ ਵੀ ਉਸੇ ਮਾਹੌਲ 'ਚ ਪਲਿਆ ਵੜਿਆ। ਲੇਕਿਨ ਮੇਰੀ ਸ਼ੁਕਰ ਹੈ ਕਿ ਮੇਰੀ ਦਾਦੀ ਜਿਹੜੀ ਹੈ ਉਹ ਮੇਰੇ ਨਾਲ ਪੰਜਾਬੀ 'ਚ ਗੱਲ ਕਰਦੇ ਸਨ ਤੇ ਇਸ ਵਾਸਤੇ ਮੈਂ ਥੋੜ੍ਹੀ ਬਹੁਤੀ ਬੋਲ ਲੈਂਦਾ ਵਾਂ। ਉਸ ਤੋਂ ਬਾਅਦ ਸਿਵਲ ਸਰਵਿਸ 'ਚ ਮੈਂ ਗਿਆ ਤੇ ਉੱਥੇ ਵੀ ਪੰਜਾਬ 'ਚ ਮੇਰੀ ਪੋਸਟਿੰਗ ਰਹੀ। ਉੱਥੇ ਵੀ ਮਜਬੂਰੀ ਸੀ ਕਿ ਤੁਸੀਂ ਪੰਜਾਬੀ 'ਚ ਹੀ ਗੱਲ ਕਰਨੀ ਹੈ, ਪੰਜਾਬੀ ਦੇ ਬਾ ਮੁਹਾਵਰਾ ਪੰਜਾਬੀ। ਤੇ ਉਹ ਵੀ ਮਤਲਬ ਉਹ ਵਕਤ ਦੇ ਨਾਲ ਨਾਲ ਇਨਸਾਨ ਸਿੱਖਦਾ। ਹੁਣ ਮੈਂ ਮੁਲਕ ਤੋਂ ਬਾਹਰ ਰਹਿੰਦਾ ਵਾਂ, ਉੱਥੇ ਵੀ ਮੈਂ ਕੋਸ਼ਿਸ਼ ਕਰਨਾ ਕਿ ਮੈਂ ਇਸ ਤਰ੍ਹਾਂ ਦੇ ਲੋਕਾਂ ਨੂੰ ਲੱਭਾਂ ਜਿਨ੍ਹਾਂ ਨੂੰ ਪੰਜਾਬੀ 'ਚ ਗੁਫ਼ਤਗੂ ਹੋ ਸਕੇ, ਜਿਹਨਾਂ ਨੂੰ ਪੰਜਾਬੀ ਸ਼ਾਇਰੀ ਦਾ ਪਤਾ ਹੈ, ਕੋਈ ਪੰਜਾਬੀ 'ਚ ਜੋ ਕੁਛ ਲਿਖਿਆ ਜਾ ਰਿਹਾ ਹੈ ਉਹ ਵੀ ਪਤਾ ਹੈ। ਦੂਸਰੀ ਇੰਪੋਰਟੈਂਟ ਚੀਜ਼ ਮੇਰੇ ਨਜ਼ਦੀਕ ਹੈ ਕਿ ਸਿਰਫ ਪੰਜਾਬੀ ਜ਼ਬਾਨ ਦਾ ਜਾਂ ਜ਼ਬਾਨ ਦੀ ਸ਼ਨਾਖਤ ਦਾ ਇੱਕ ਮਸਲਾ ਨਹੀਂ ਹੈ। ਪੰਜਾਬੀ ਜ਼ਬਾਨ ਦੀ ਜੋ ਸਾਡੀ ਸਾਰੀ ਜਿਹਨੂੰ ਕਹਿਣਾ ਚਾਹੀਦਾ ਅਸਾਸਾ ਜਿਹੜਾ ਹੈ, ਖਸੂਸਨ ਸਾਡੇ ਸੂਫੀਆ ਦਾ ਅਤੇ ਸੂਫੀਆ ਸ਼ੋਰਾ ਦਾ ਜੋ ਵਿਰਸਾ ਹੈ, ਉਹ ਵਿਰਸਾ ਐਸਾ ਹੈ ਕਿ ਦੇਖੋ ਉਹ ਸਾਡੀ ਮਿੱਟੀ 'ਚ ਤੇ ਸਾਡੇ ਖਮੀਰ 'ਚ ਤੇ ਸਾਡੀ ਮਾਸ਼ਰਤ 'ਚ ਗੁੰਦਿਆ ਹੋਇਆ। ਉਹਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਉਹਨੂੰ ਤੁਸੀਂ ਕੱਟ ਨਹੀਂ ਸਕਦੇ, ਤੁਸੀਂ ਲੱਖ ਕੋਸ਼ਿਸ਼ ਵੀ ਕਰੋ। ਇਹੀ ਵਜ੍ਹਾ ਹੈ ਕਿ ਅੱਜ ਭਾਵੇਂ ਜਿਹੜੇ ਉੱਪਰੀ ਤਬਕੇ ਨੇ, ਮਿਡਲ ਕਲਾਸ ਹੈ ਜਾਂ ਉੱਪਰੀ ਮਿਡਲ ਕਲਾਸ ਹੈ ਜਾਂ ਈਲੀਟ ਕੇ, ਉਹ ਨਾ ਬੋਲੇ ਪੰਜਾਬੀ, ਉਹਨੂੰ ਉਹ ਨਾ ਕਰੇ। ਲੇਕਿਨ ਜਿਹੜੇ ਆਮ ਆਵਾਮ ਨੇ, ਅਵਾਮੋ ਨਾਸ ਜਿਹਨੂੰ ਕਿਹਾ ਜਾਂਦਾ ਹੈ, ਮੈਸਸ ਅੰਗਰੇਜ਼ੀ 'ਚ ਉਹਨਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦੀ ਜ਼ੁਬਾਨ 'ਤੇ ਅੱਜ ਵੀ ਪੰਜਾਬੀ ਹੈ। ਭਾਵੇਂ ਇੱਥੇ ਦੀ ਹੋਵੇ, ਪਟਵਾਰੀ ਲਹਿਜੇ ਦੀ ਹੋਵੇ, ਜਨੂਬੀ ਪੰਜਾਬ 'ਚ ਹੋਵੇ, ਤੇ ਉਹਨਾਂ ਦਾ ਆਪਣਾ ਮੁਹਾਵਰਾ, ਉਹਨਾਂ ਦੀ ਆਪਣੀ ਸ਼ਾਇਰੀ, ਉਹਨਾਂ ਦੀ ਆਪਣੀ ਤਹਿਜ਼ੀਬ, ਉਹ ਤੇ ਉਹਨਾਂ ਜ਼ਿੰਦਾ ਰੱਖਿਆ ਉਹਨਾਂ ਨੇ। ਹੁਣ ਸਭ ਤੋਂ ਵੱਡਾ ਜੋ ਸਾਡੇ ਜਿਹੜੇ ਮੁਲਾਜ਼ਮੀਨ ਸਨ, ਐਡੀਟਰ ਸਨ, ਉਹਨਾਂ ਨੂੰ ਤਨਖਾਹਾਂ ਨਹੀਂ ਦਿੰਦੇ ਸਨ, ਤਾਖੀਰ ਕਰਦੇ ਸਨ 6-6 ਮਹੀਨੇ। 25,000 ਵਾਲੇ, 30,000 ਵਾਲੇ ਮੁਲਾਜ਼ਮੀਨ ਨੂੰ ਤਨਖਾਹ ਨਹੀਂ ਦਿੰਦੇ ਸਨ। ਤੇ ਉਹ ਮੇਰੇ ਉੱਤੇ ਆਉਂਦਾ ਸੀ ਤੇ ਮੇਰੇ ਜ਼ਮੀਰ ਨੇ ਉਹ ਗਵਾਰਾ ਨਹੀਂ ਕੀਤਾ ਕਿ ਮੈਂ ਉਸ ਸਿਚੁਏਸ਼ਨ 'ਚ ਐਸੇ ਇੱਕ ਆਰਗੇਨਾਈਜੇਸ਼ਨ ਦਾ ਹਿੱਸਾ ਲਵਾਂ। ਫਿਰ ਉਸ ਤੋਂ ਬਾਅਦ ਮੈਂ ਦ ਫਰਾਈਡੇ ਟਾਈਮਸ ਨਾਲ ਮੁਨਸਲਿਕ ਹਾਂ 2005 ਤੋਂ। ਜਦੋਂ ਮੈਂ ਇੱਥੇ ਲਿਖਣਾ ਸਟਾਰਟ ਕੀਤਾ ਸੀ, ਮੈਂ ਫਿਰ ਵਾਪਸ ਪਹੁੰਚੀ ਨਹੀਂ ਕਿ ਖਾਕ ਜਹਾਂ ਦਾ ਖਮੀਰ ਥਾ, ਤੇ ਮੈਂ ਹੁਣ ਵਾਪਸ ਉਹਦਾ ਐਡੀਟਰ ਹਾਂ ਇਸ ਵੇਲੇ। ਤੇ ਜਿਸ ਤਰ੍ਹਾਂ ਡਾਕਟਰ ਸੁਬਰਾ ਨੇ ਜ਼ਿਕਰ ਕੀਤਾ, 2018-19 'ਚ ਅਸੀਂ ਇੱਕ ਨया ਦੌਰ ਮੀਡੀਆ ਦੇ ਨਾਂ 'ਤੇ ਇੱਕ ਛੋਟੀ ਜਿਹੀ ਕਾਵਿਸ਼ ਜਿਹੜੀ ਹੈ ਉਹਦੀ ਸ਼ੁਰੂਆਤ ਕੀਤੀ ਸੀ। ਹੁਣ ਉਹ ਕਾਫੀ ਮਾਸ਼ਾਅੱਲਾ ਅੱਗੇ ਵੱਧ ਗਿਆ, ਫੈਲ ਗਿਆ, ਉਹਦੇ ਕਾਫੀ ਲੱਖਾਂ 'ਚ ਸਬਸਕ੍ਰਾਈਬਰ ਵੀ ਆ ਗਏ ਨੇ, ਉਹਦਾ ਕੁਝ ਇਸ਼ਤਿਹਾਰ ਵੀ ਮਿਲ ਜਾਂਦੇ ਨੇ, ਉਹਦੇ ਨਾਲ ਕੁਝ ਉਹਦੀ ਫਾਈਨੈਂਸ਼ੀਅਲ ਸਟੇਬਿਲਿਟੀ ਵੀ ਹੋ ਗਈ ਹੈ। ਪਹਿਲੇ ਲੋਕ ਕਹਿੰਦੇ ਸੀ ਕਿ ਚੂੰਕਿ ਅਮਰੀਕਾ ਤੋਂ ਕਰ ਰਿਹਾ, CIA ਦਿੰਦੀ ਹੈ ਪੈਸੇ, ਜਾਂ ਮੋਸਾਦ ਜਾਂ ਰॉ। ਹੁਣ CIA ਦਾ ਜ਼ਰਾ ਬਜਟ ਹਲਕਾ ਹੋ ਜਾਏਗਾ ਕਿਉਂਕਿ ਆਨਲਾਈਨ YouTube ਦੇਣਾ ਸ਼ੁਰੂ ਕਰ ਦਿੱਤਾ ਹੈ। ਤੇ ਬਹਰਹਾਲ ਉਹ ਹੁਣ ਹੋ ਗਿਆ। ਉਹ ਸਾਡੀ ਇੱਕ ਵੈਬਸਾਈਟ ਵੀ ਹੈਗੀ ਹੈ, urdu.naya.tv। ਤੁਹਾਨੂੰ ਸਾਰਿਆਂ ਨੂੰ ਦਾਵਤ ਹੈ, ਤੁਸੀਂ ਪਲੀਜ਼ ਉਹਦਾ ਸੇ ਲਿਖੋ ਤਹਿਰੀਰਾਂ, ਕਾਲਮ, ਫਿਕਰੀ ਤਹਿਰੀਰਾਂ, ਅਦਬੀ ਤਹਿਰੀਰਾਂ, ਉਹ ਵੀ ਅਸੀਂ ਛਾਪਦੇ ਹਾਂ। ਦ ਫਰਾਈਡੇ ਟਾਈਮਸ ਜਿਹੜਾ ਉਹਨੂੰ ਵੀ ਅਸੀਂ ਮੁਨਸਲਿਕ ਕਰ ਲਿਆ ਨया ਦੌਰ ਦੇ ਨਾਲ ਹੀ। ਤੇ ਇਹ ਹੁਣ ਕਰ ਰਿਹਾ, ਉਹਦੀ ਬੁਨਿਆਦੀ ਜਿਹੜੀ ਇੱਕ ਕੀ ਕਹਿਣਾ ਚਾਹੀਦਾ ਸੀ ਮਿਸ਼ਨ ਸੀ ਜਿਹੜਾ ਉਹਨੂੰ ਸਟਾਰਟ ਕਰਨ ਦਾ, ਉਹ ਇਹ ਸੀ ਕਿ ਸਾਡੇ ਜਿਹੜਾ ਮੀਡੀਆ ਹੈ ਸਾਡੇ ਪਾਕਿਸਤਾਨ 'ਚ, ਉਹ ਮੇਨ ਸਟ੍ਰੀਮ ਜਿਹਨੂੰ ਕਿਹਾ ਜਾਂਦਾ ਹੈ, ਉਹ ਇੰਤਹਾਈ ਕਮਰਸ਼ਲਾਈਜ਼ ਹੋ ਚੁੱਕਿਆ ਔਰ ਸਿਰਫ ਪੈਸੇ ਦੀ ਗੇਮ ਹੈ। ਯਾਨੀ ਕਿ ਉਹਦੇ 'ਚ ਹੈਡਲਾਈਨ ਵੀ ਜਿਹੜੀ ਲੱਗਦੀ ਹੈ
ਉਹਦੇ ਜਿਹੜੀ ਨਿਊਜ਼ ਪ੍ਰੋਗਰਾਮਿੰਗ ਹੁੰਦੀ ਹੈ, ਸਲਮਾਨ ਆਬਿਦ ਸਾਹਿਬ ਬੈਠੇ ਨੇ, ਬੜੇ ਰੈਗੂਲਰ ਨੇ, ਰੋਜ਼ਾਨਾ ਤੁਸੀਂ ਦੇਖਦੇ ਹੋ ਉਹਨਾਂ ਦੇ 10 ਚੈਨਲਸ ਤੇ ਹੁੰਦੇ ਨੇ। ਉਹ ਫਰੇਮਿੰਗ ਉਹਦੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜੀ ਉਹਨੂੰ ਅੱਜ ਕੀ ਵੇਚਣਾ ਸੌਦਾ, ਤੇ ਉਹਦੇ 'ਚ ਜੋ ਪਰਪਸ ਹੈ ਜਰਨਲਿਜ਼ਮ ਦਾ, ਸਹਾਫਤ ਦਾ, ਉਹ ਤੇ ਫੌਤ ਹੋ ਜਾਂਦਾ ਹੈ। ਕਿਉਂਕਿ ਜੇ ਤੁਸੀਂ ਲੋਕਾਂ ਨੂੰ ਆਗਾਹੀ ਦੇਣੀ ਹੈ, ਸ਼عور ਦੇਣਾ ਹੈ, ਇਨਫੋਰਮੇਸ਼ਨ ਦੇਣੀ ਹੈ, ਮਾਰੂਜ਼ੀ ਤਜਜ਼ੀਆ ਕਰਨਾ ਹੈ, ਉਹਦੀ ਜਗ੍ਹਾ ਨਹੀਂ ਬਚਦੀ। ਉਹ ਐਸੀ ਵਜ੍ਹਾ ਨਾਲ ਜੋ ਦੋ ਵੱਡੇ ਪਾਕਿਸਤਾਨ ਦੇ ਟੀਵੀ ਚੈਨਲਸ ਨੇ, ਇੱਕ ਪਾਰਟੀ ਦਾ ਹੈ, ਦੂਸਰਾ ਦੂਸਰੀ ਪਾਰਟੀ ਦਾ ਹੈ, ਬਾਕੀ ਵਿਚਾਰੇ ਉਹ ਉसी ਲਾਈਨ ਤੇ ਕੋਸ਼ਿਸ਼ ਕਰਦੇ ਨੇ ਕਿ ਉਹਨੂੰ ਫੋਲੋ ਕਰੀਏ ਤੇ ਇਸ਼ਤਿਹਾਰ ਲਈਏ ਤੇ ਪੈਸੇ ਕਮਾਈਏ। ਤੇ ਇਸ ਇਨਵਾਇਰਮنٹ 'ਚ ਪਾਕਿستان کے عوام کو کس طرح صحیح معلومات دستیاب ہوں، کس طرح لوگوں نہیں آتی، یہ کوئی طریقہ ہے اور یہ کوئی کلچر ہے۔ اور اسی طرح بچوں کی کوئی پروگرام نہیں ہے، آپ دیکھ لیجئے جیو ٹی وی دیکھ لیجئے، سوری میں اردو میں سوئچ کروں گا، آسان ہوگا۔ ایجوکیشن کا کوئی نہیں ہے، آپ دیکھ لیجئے اے آر وائی دیکھ لیجئے، جیو دیکھ لیں، ایک بھی بچوں کا پروگرام نہیں ہے۔ اور پاکستان کی سب سے بڑی اس وقت جو آبادی ہے 70%، وہ 29 سال سے کم کی ہے۔ آپ ٹین ایجرز کو، یوتھ کو، بچوں کو آپ ایڈریس نہیں کرتے تو وہ کہاں جائیں گے؟ وہ پھر آن لائن ہی جائیں گے نا، وہ گوگل پہ جائیں گے، انسٹا پہ جائیں گے، یہ وہ بھی، کیونکہ آپ کی ملک کے لیے کوئی ہے ہی نہیں ہے۔ ساری کی ساری وہ ایک پروگرامنگ جو ہے وہ اس طرح سے ہے۔ لیکن گوئنگ بیک ٹو آرٹس اینڈ کلچر، اسی طرح آپ دیکھیں کہ ہمارے یہاں ایک ڈسکورس ہوتا تھا، بڑے برے حالات تھے، جنرل ضیاء الحق کا زمانہ تھا، میں اس وقت اسکول میں تھا، ڈاکٹر اسرار احمد کو بھی بٹھایا ہوا تھا، فکس کر دیا تھا پی ٹی وی کی اسکرین میں، اور بھی لوگ تھے، لیکن اس کے ساتھ ساتھ اور بھی چیزیں ہو رہی ہوتی تھی، ایک ٹینشن بھی تھی، ایک کانٹرڈکشن بھی تھی، جو کہ ڈسکورس بنتا تھا معاشرے میں، وہ انکا ہو گیا تقریباً۔ اخبارات کا بھی یہی عالم ہے، آپ دیکھ لیجیے کہ اخبارات میں بھی ادبی کالم ہوا کرتے تھے، تقریباً 30 سے 40% کالم جو تھے وہ شاعری پہ ہوتے تھے۔ اب ڈاکٹر سغرا ہے کہ اکلوتی، یا وہ کشور ناہید ہیں جو کہ جنگ کے صفحات پہ کوئی اس طرح کی بابا فرید کی بات کر دیتی ہیں، بلے شاہ کا ذکر کر دیتی ہیں، اگر یہ نہ کرے تو یقین جانیے اس پہ کوئی ذکر ہی نہ ہو اس پورے کے پورے اخبار میں، جو پاکستان کا سب سے بڑا پڑھا جانے والا اخبار ہے۔ وجاہت مسعود صاحب ہمارے استاد محترم آنے، ان کو یہاں ویسے ہونا چاہیے تھا، لیکن وجاہت صاحب کے جو کالم ہوتے ہیں وہ اسی وجہ سے پڑھے جاتے ہیں کہ ان میں ایک ادبی چاشنی، ایک روایت کو زندہ رکھنے کی جستجو ہے، جو کہ ہمارے یہاں بالکل صحافت سے ختم ہو چکی ہے۔ صحافت اور ادب میں جو تعلق آپ سب جانتے ہیں، مجھے دہرانے کی، آپ لوگ مجھ سے زیادہ پڑھے لکھے اور باخبر ہیں، لیکن ہمارے تو برِ صغیر میں وہ روایت ہی 150-200 سالوں سے وہ روایت زندہ ہے اور رہی ہے، لیکن ہم نے اس کو اس برے طریقے سے ڈس اون کیا ہے، مسخ کر دیا ہے کہ اب آپ کو وہ بالکل جو ہے، اب آپ کالم پڑھیں، وہ کیا ہوتا ہے جی مجھے گورنر صاحب نے چائے پہ بلایا، چائے پہ انہوں نے مجھے یہ کہا، دربان میں اور بڑے دبیز صوفوں پہ میں بیٹھ گیا اور گورنر صاحب کا چہرہ دمک رہا تھا۔ اب یہ کوئی کالم ہے؟ اسی طرح کہ آپ دیکھیں کہ عجیب و غریب قسم کی داستانیں ہوتی ہیں، اس میں مطلب یہ کہ لوگوں کو گمراہ کرنے کی باتیں کہ جی سارا کچھ جو وہ اسرائیل کے ایجنڈے پر ہو رہا ہے، یا ہندو یہود و ہنود کی سازش جو ہے وہ لوگوں کے ذہن میں دوبارہ اس کو دہرایا جاتا ہے۔ پاکستان میں تو اردو، انفارچونیٹلی میں معذرت کے ساتھ یہ کہوں گا کہ پاکستان میں پریس میں خصوصاً اردو کالمز کو میں سمجھتا ہوں ذمہ دار کہ انہوں نے طالبانائزیشن جو ذہن کی ہو گئی ہے اس میں اتنا بڑا رول ادا کیا ہے۔ فزیکل طالبانائزیشن ہو کہ نہ ہو، کیونکہ ہم نے 20 سال کالم لکھے ہیں کہ واہ واہ طالبان نے کیا کمال کر دیا ہے۔ 15 اگست کو میں یہی لاہور میں تھا، افغان باقی کو سار باقی، افغان باقی کو سار باقی۔ اب میں کیا آپ کو حوالہ دوں، میں یہی تھا پاکستان میں، اور 15 اگست کو جب طالبان نے کابل پہ قبضہ کیا تو ایک جشن کا سا سما تھا میرے دوستوں میں، میرے اپنے خاندان میں تو چونکہ اسی سماج کا حصہ ہوں، انہوں نے کہا دیکھو جی زبردست کام ہو گیا، کیسے امریکہ کو کے دانت کھٹے کر دیے، ہندو بنیے کی شکست ہو گئی، اور آج وہی طالبان پاکستان کے اوپر 2022 میں تاریخی حملے کروا رہی ہے۔